वाहिगुरु जी का खालसा वाहिगुरु जी की फतेह। परम सन्मानयोग सतगुरु जी के हजूर जुड़ मिल बैठे रब रूप गुरमुख सत्संगी जन, सतगुरु जी की अपार बख्शिश महरामत का सदका गुरु चरणों विच जुड़ के बहन का समा नसीब होया। सतगुरु जी की प्यारी अमृतमयी बाणी का कीर्तन गुरु के प्यारे कीर्तनिया पासों आप जी ने सरवण किया। गुरु के दर ते जुड़ के वाहिगुरु नाल जुड़न का निमाणा जिहा उपराला यतन कर रहे हैं। सतगुरु समझाते हैं कि जो मनुख वाहिगुरु नाल जुड़ जाता है वो माया दे सब झमेलियां तो मुक्त हो जाता है। माया दे सब बंधन जो भी बंदे दे जीवन विच दुख खड़ा करते हैं, जो भी रुकावट बनते हैं, वो सब मिट जाते हैं जिमें ही उस वाहिगुरु दे नाल सांझ पैंदी है, जिमें ही उस परमेश्वर दे विच असीं लीन हुंदे हां। बस उहदे विच लीन होए, उहदे विच जुड़े तां सब मिट गया। इसलिए उस वाहिगुरु नाल जुड़न लई जो साधन दस्या गया उसनूं सिमरन कहंदे ने। सिमरन का मतलब की हुंदा है? सिमरन का मतलब हुंदा है चेते करना, स्मरण करना, बार बार उसनूं याद करना। एक शब्द लै लिया जिमें वाहिगुरु, उस शब्द नूं बार बार बोलना, बार बार उचारना, बार बार उसनूं सिमरी जाना कि उस वाहिगुरु का चेता आ जाए। हुण इस भाव नूं समझो कि उस वाहिगुरु का चेता आ जाए, उहदा सिमरन आ जाए, सानूं उहदा स्मरण आ जाए। इहदा भाव ये होया कि वह वाहिगुरु उहदे नाल असीं जुड़े होए सी, असीं उहदे विच ही मिले होए सी, पर सानूं उहदा चेता भुल गया। सानूं उस वाहिगुरु की याद भुल गई। इसलिए उस दी याद दिवाउण लई धर्म दे आ बाहरले साधन ने, धर्म दे चिन्ह, सारियां क्रियावां, धर्म स्थान, ये सब कुछ उहदी याद दिवाउण लई ही ने कि किसी चीज़ नूं वेख के किसी भी तरह उहदा चेता आ जाए। बार बार उसनूं सिमर के उहदा स्मरण आ जाए। है वो साडे अंदर ही, बस सानूं उहदा चेता भुलिया होया। हूबहू वैसा ही जैसा कि सानूं कोई गल याद हुंदी है। तुहानूं किसी बंदे दा नाम याद है, तुसीं कहंदे हो कि मेरी जुबान ते है पर बाहर नहीं निकल रहा। मैनूं पता है, मैनूं पता है, मेरे मन विच ही घुमदा पिया है इहदा नाम की है, पर प्रगट नहीं हो रहा। बस ऐसा ही समझ लवो कि वह वाहिगुरु ऐसा ही साडे अंदर है, बस वो साडी जुबान ते नहीं आ रहा। सानू अल्फाज नहीं मिल रहे, सानू उहदा चेता भुलिया होया। ते जिन्हां नूं
ਉਹ ਚੇਤੇ ਆ ਗਿਆ, ਜਿਨ੍ਹਾਂ ਨੂੰ ਉਹਦੀ ਯਾਦ ਆ ਗਈ ਉਹ ਉਹਦੇ ਵਿੱਚ ਮਿਲ ਗਏ, ਉਹ ਉਸ ਵਾਹਿਗੁਰੂ ਵਿੱਚ ਲੀਨ ਹੋ ਗਏ। ਤੇ ਸਤਿਗੁਰੂ ਕਹਿੰਦੇ ਲੀਨ ਹੁੰਦਿਆਂ ਹੀ ਉਹ ਸਭ ਬੰਧਨਾਂ ਤੋਂ ਮੁਕਤ ਹੋ ਗਏ, ਕਿਉਂਕਿ ਇਹ ਬੰਧਨ, ਇਹ ਝਮੇਲੇ ਓਨੀ ਦੇਰ ਤੱਕ ਹੀ ਨੇ ਜਿੰਨੀ ਦੇਰ ਤੱਕ ਸਾਨੂੰ ਉਹਦੀ ਯਾਦ ਭੁੱਲੀ ਹੋਈ ਹੈ, ਸਾਨੂੰ ਉਹਦਾ ਚੇਤਾ ਭੁੱਲਿਆ ਹੋਇਆ ਹੈ। ਇਹ ਕਾਮ ਕ੍ਰੋਧ, ਇਹ ਲੋਭ ਮੋਹ, ਇਹ ਹੰਕਾਰ, ਇਹ ਵਾਸਨਾ, ਇਹ ਤ੍ਰਿਸ਼ਨਾ, ਇਹ ਈਰਸ਼ਾ, ਇਹ ਨਿੰਦਾ, ਚੁਗਲੀ, ਉਸਤਤ, ਇਹ ਸਭ ਓਨੀ ਦੇਰ ਹੀ ਨੇ ਜਿੰਨੀ ਦੇਰ ਤੱਕ ਉਹਦਾ ਚੇਤਾ ਨਹੀਂ ਹੈ। ਉਹਦਾ ਚੇਤਾ ਆਇਆ ਕਿ ਇਹ ਸਭ ਚੀਜ਼ਾਂ ਗਈਆਂ। ਇਸ ਲਈ ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰਦੇ ਹੋਏ ਤੁਸੀਂ ਵਾਹਿਗੁਰੂ ਦੇ ਸਿਮਰਨ ਦੀ ਪਰਵਾਹ ਕਰੋ, ਉਹਨੂੰ ਚੇਤੇ ਕਰਨ ਦੀ ਪਰਵਾਹ ਕਰੋ, ਨਾ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ। ਬੰਦਾ ਆਪਣਾ ਸਾਰਾ ਜ਼ੋਰ ਇਹਨਾਂ ਨੂੰ ਖਤਮ ਕਰਨ 'ਤੇ ਲਾ ਦਿੰਦਾ ਹੈ, ਇਹ ਖਤਮ ਹੁੰਦੀਆਂ ਨਹੀਂ, ਜੀਵਨ ਖਤਮ ਹੋ ਜਾਂਦਾ ਹੈ, ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ। ਪਰ ਇਹ ਵਾਸਨਾਵਾਂ, ਇਹ ਵਿਕਾਰ ਸਮਾਪਤ ਨਹੀਂ ਹੁੰਦੇ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ ਆ ਜਾਂਦਾ ਹੈ, ਪਰ ਇਹ ਵਾਸਨਾਵਾਂ ਨਹੀਂ ਜਾਂਦੀਆਂ। ਤੇ ਫਿਰ ਮੌਤ ਵੀ ਦਰ 'ਤੇ ਆ ਖੜੋਂਦੀ ਹੈ, ਵਾਸਨਾਵਾਂ ਫਿਰ ਵੀ ਨਹੀਂ ਜਾਂਦੀਆਂ, ਫਿਰ ਬੰਦਾ ਮਰ ਜਾਂਦਾ ਹੈ, ਫਿਰ ਕਹਾਣੀ ਖਤਮ, ਫਿਰ ਗੇੜ, ਫਿਰ ਜਨਮ ਮਰਨ ਦਾ ਚੱਕਰ। ਇਸ ਲਈ ਇਸ ਨੂੰ ਜਾਣ ਲਵੋ ਕਿ ਆਪਣੀ ਐਨਰਜੀ, ਆਪਣੀ ਊਰਜਾ, ਆਪਣੀ ਤਾਕਤ ਉਹ ਇਹਨਾਂ ਵਾਸਨਾਵਾਂ ਵਾਲੇ ਪਾਸੇ ਜਾਂ ਇਹਨਾਂ ਨੂੰ ਖਤਮ ਕਰਨ ਵਾਲੇ ਪਾਸੇ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੈ। ਉਸ ਊਰਜਾ ਨੂੰ, ਉਸ ਤਾਕਤ ਨੂੰ ਵਾਹਿਗੁਰੂ ਦੇ ਸਿਮਰਨ ਵਾਲੇ ਪਾਸੇ ਲਾਉਣ ਦੀ ਜ਼ਰੂਰਤ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪਾਸੇ ਲਾਉਣ ਦੀ ਜ਼ਰੂਰਤ ਹੈ, ਉਹਦੀ ਪ੍ਰਾਰਥਨਾ ਵਾਲੇ ਪਾਸੇ ਲਾਉਣ ਦੀ ਲੋੜ ਹੈ। ਜਦੋਂ ਅਸੀਂ ਉਹਦੀ ਬੰਦਗੀ ਵਾਲੇ ਪਾਸੇ ਲੱਗਾਂਗੇ, ਉਹਦੇ ਸਿਮਰਨ ਵਾਲੇ ਪਾਸੇ ਲੱਗਾਂਗੇ, ਜਿਵੇਂ ਜਿਵੇਂ ਉਹਦੇ ਵਿੱਚ ਜੁੜਦੇ ਜਾਵਾਂਗੇ, ਜਿਵੇਂ ਜਿਵੇਂ ਸਾਨੂੰ ਉਹਦਾ ਚੇਤਾ ਆਉਂਦਾ ਜਾਵੇਗਾ, ਉਵੇਂ ਉਵੇਂ ਸਭ ਬੰਧਨਾਂ ਤੋਂ ਮੁਕਤ ਹੁੰਦੇ ਜਾਵਾਂਗੇ। ਜਿਵੇਂ ਜਿਵੇਂ ਆਪਣੀ ਬੁੱਧੀ ਦਾ ਵਿਕਾਸ ਹੁੰਦਾ ਜਾਂਦਾ ਹੈ, ਜਿਵੇਂ ਜਿਵੇਂ ਬੰਦੇ ਦੀ ਸੂਝ ਵਿਕਸਿਤ ਹੁੰਦੀ ਹੈ ਨਾ, ਉਵੇਂ ਉਵੇਂ ਉਹ ਬੰਦਾ ਸਿਆਣਾ ਹੁੰਦਾ ਹੈ, ਉਹਦੀ ਮੱਤ ਵਿਕਾਸ ਕਰਦੀ ਹੈ। ਜਿਵੇਂ ਜਿਵੇਂ ਮੱਤ ਵਿਕਾਸ ਕਰਦੀ, ਉਵੇਂ ਉਵੇਂ ਉਹਦੇ ਜੀਵਨ ਵਿੱਚ ਸਿਆਣਪ ਆਉਂਦੀ ਜਾਂਦੀ, ਉਹਦੀ ਮੱਤ ਸਿਆਣੀ ਹੁੰਦੀ ਜਾਂਦੀ ਹੈ, ਉਹ ਚੀਜ਼ਾਂ ਨੂੰ ਜ਼ਿਆਦਾ ਵਧੀਆ ਤਰ੍ਹਾਂ ਸਮਝਣ ਲੱਗ ਜਾਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਕਿ ਉਹਨਾਂ ਨੂੰ ਪੋਖ ਤੁਖਾਰ ਨਹੀਂ ਵਿਆਪਦਾ ਹੈ। ਪੋਖ ਤੁਖਾਰ ਨਾ ਵਿਆਪੇ, ਤੁਖਾਰ ਕੱਕਰ, ਜਾੜਾ, ਪਾਲਾ, ਕੋਰਾ, ਸਤਿਗੁਰੂ ਕਹਿੰਦੇ ਉਹਨੂੰ ਨਹੀਂ ਵਿਆਪਦਾ। ਇੱਥੇ ਬਾਹਰ ਦੇ ਪਾਲੇ ਕੱਕਰ ਦੀ ਗੱਲ ਨਹੀਂ ਹੈ, ਬਾਹਰ ਦਾ ਤੇ ਹੈ ਹੀ ਕਿ ਜਿਹਨੂੰ ਵਾਹਿਗੁਰੂ ਦੇ ਨਾਮ ਦਾ ਨਿੱਘ ਮਿਲਿਆ ਹੋਵੇ, ਉਸ ਨੂੰ ਆ ਬਾਹਰ ਦੀ ਸਰਦੀ ਕੀ ਕਰ ਸਕਦੀ ਹੈ। ਸਤਿਗੁਰੂ ਕਹਿੰਦੇ ਉਹਨਾਂ ਨੂੰ ਨਾ ਸਰਦੀ ਲੱਗਦੀ ਹੈ, ਨਾ ਗਰਮੀ ਲੱਗਦੀ, ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਜੁੜੇ ਹੋਣ, ਜਿਹੜੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਹੋਣ, ਉਹਨਾਂ ਨੂੰ ਆ ਗਰਮੀ ਸਰਦੀਆਂ ਕੁਛ ਨਹੀਂ ਵਿਗਾੜਦੀਆਂ ਉਹਨਾਂ ਦਾ। ਉਹਨਾਂ ਨੂੰ ਚਾਹੇ ਜਿੰਨੀ ਮਰਜ਼ੀ ਸਨੋ ਪੈਂਦੀ ਹੋਵੇ, ਬਰਫ਼ ਪੈਂਦੀ ਹੋਵੇ, ਜਿੰਨਾ ਮਰਜ਼ੀ ਕੋਹਰਾ ਪੈਂਦਾ ਹੋਵੇ, ਉਹ ਉਹਨਾਂ ਨੂੰ ਕੁਛ ਨਹੀਂ ਕਰ ਪਾਉਂਦਾ। ਉਹਨਾਂ ਦੇ ਜੀਵਨ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਜਿੰਨੀਆਂ ਮਰਜ਼ੀ ਵਾਸ਼ਨਾਵਾਂ ਸਾਹਮਣੇ ਹੋਣ,
रूप रंग माया चीज़ां सब सामने नज़र आउंदियां होण, पर ਇਹ ਉਸ ਦੇ ਮਨ ਨੂੰ ਪਾਉਂਦੀਆਂ ਨਹੀਂ। ਇਹਨਾਂ ਦਾ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿਵੇਂ ਜਿਸ ਬੰਦੇ ਨੇ ਆਪਣੇ ਕੋਲ ਅੱਗ ਬਾਲ ਲਈ ਹੋਵੇ, ਉਹ ਠੰਡ ਦੇ ਵਿੱਚ ਉਸ ਨੂੰ ਨਿੱਘ ਦੇ ਰਹੀ ਹੈ ਉਹ ਅੱਗ, ਤੇ ਫਿਰ ਉਹ ਸਰਦੀ ਤੋਂ ਬਚ ਜਾਂਦਾ ਹੈ। ਪਾਲੇ ਕੱਕਰ ਦਾ, ਕੋਰੇ ਦਾ ਉਹਦੇ ਤੇ ਫਿਰ ਬਹੁਤਾ ਅਸਰ ਨਹੀਂ ਹੁੰਦਾ, ਕਿਉਂਕਿ ਉਸ ਨੇ ਅੱਗ ਬਾਲ ਕੇ ਆਪਣੇ ਆਲੇ ਦੁਆਲੇ ਨਿੱਘ ਕਰ ਲਿਆ। ਬਿਲਕੁਲ ਐਸਾ ਹੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਅਗਨ ਆਪਣੇ ਅੰਦਰ ਬਾਲ ਲਈ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਤਪਸ਼ ਆਪਣੇ ਅੰਦਰ ਪੈਦਾ ਕਰ ਲਈ, ਉਹਨਾਂ ਨੂੰ ਕਾਮ ਕ੍ਰੋਧ ਦੀ ਸਰਦੀ ਕੁਛ ਨਹੀਂ ਕਹਿ ਪਾਉਂਦੀ। ਉਹਨਾਂ ਨੂੰ ਆ ਰੂਪ ਰੰਗ, ਆ ਚੀਜ਼ਾਂ, ਆ ਪੈਸਾ, ਵਾਸਨਾਵਾਂ, ਲੋਭ ਮੋਹ, ਅਹੰਕਾਰ, ਇਹ ਉਹਨਾਂ ਉੱਤੇ ਅਸਰ ਨਹੀਂ ਕਰਦੀਆਂ। ਜਿੰਨੀ ਮਰਜ਼ੀ ਸਰਦੀ ਹੋਵੇ, ਜਿੰਨਾ ਮਰਜ਼ੀ ਕਾਮ ਕ੍ਰੋਧ ਦਾ ਪ੍ਰਭਾਵ ਹੋਵੇ। ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ। ਕਬੀਰ ਸਾਹਿਬ ਕਹਿੰਦੇ ਕਿ ਤੁਸੀਂ ਚੰਦਨ ਦੇ ਦਰਖਤ ਨੂੰ ਦੇਖੋ, ਛੋਟਾ ਜਿਹਾ ਹੈ ਚੰਦਨ ਦਾ ਬੂਟਾ। ਚੰਦਨ ਦੇ ਉਸ ਛੋਟੇ ਜਿਹੇ ਬੂਟੇ ਤੇ, ਛੋਟੇ ਜਿਹੇ ਦਰਖਤ ਤੇ ਬਹੁਤ ਸਾਰੇ ਜ਼ਹਿਰੀਲੇ ਸੱਪ ਚੰਬੜੇ ਹੋਏ ਨੇ। ਤੇ ਉਹ ਜ਼ਹਿਰੀਲੇ ਸੱਪ ਉਸ ਚੰਦਨ ਨੂੰ ਆਪਣੇ ਮੂੰਹ ਨਾਲ ਉਸ ਨੂੰ ਦੰਦ ਮਾਰਦੇ ਨੇ, ਡੰਗਦੇ ਨੇ, ਉਹਨੂੰ ਚੱਟਦੇ ਨੇ। ਪਰ ਉਹ ਚੰਦਨ ਸੱਪਾਂ ਦੀ ਸੰਗਤ ਵਿੱਚ ਰਹਿਣ ਦੇ ਬਾਵਜੂਦ ਉਹ ਆਪਣੀ ਸੀਤਲਤਾ ਨਹੀਂ ਛੱਡਦਾ। ਚੰਦਨ ਉਵੇਂ ਦਾ ਉਵੇਂ ਹੀ ਰਹਿੰਦਾ। ਸੱਪਾਂ ਦੀ ਜ਼ਹਿਰ ਦਾ ਉਹਦੇ ਉੱਪਰ ਕੋਈ ਵੀ ਅਸਰ ਨਹੀਂ ਹੁੰਦਾ। ਆਪਣੀ ਜੀਭ ਨਾਲ ਉਸ ਨੂੰ ਚੱਟਦੇ ਨੇ, ਆਪਣੇ ਦੰਦ ਚੰਦਨ ਦੇ ਵਿੱਚ ਖੁਭਾਉਂਦੇ ਨੇ, ਪਰ ਚੰਦਨ ਉਸੇ ਤਰ੍ਹਾਂ ਹੀ ਰਹਿੰਦਾ ਹੈ। ਉਹਦੀ ਸ਼ੀਤਲਤਾ ਨਹੀਂ ਜਾਂਦੀ, ਉਹਦੀ ਠੰਡਕ ਨਹੀਂ ਜਾਂਦੀ, ਉਹਦੇ ਅੰਦਰ ਦੀ ਮਿਠਾਸ ਨਹੀਂ ਜਾਂਦੀ। ਉਹ ਉਵੇਂ ਦਾ ਉਵੇਂ ਹੀ। ਬਿਲਕੁਲ ਐਸਾ ਹੀ ਕਿ ਪ੍ਰਮਾਤਮਾ ਦਾ ਭਗਤ, ਵਾਹਿਗੁਰੂ ਦਾ ਸੇਵਕ, ਗੁਰੂ ਦਾ ਸਿੱਖ, ਉਹ ਐਸਾ ਹੀ ਹੈ ਕਿ ਉਹ ਜੈਸੇ ਮਰਜ਼ੀ ਲੋਕਾਂ ਦੀ ਸੰਗਤ ਵਿੱਚ ਹੋਵੇ, ਉਹ ਸੱਪ ਵਰਗੇ ਜ਼ਹਿਰੀਲੇ ਲੋਕਾਂ ਵਿੱਚ ਵੀ ਹੋਵੇ, ਜਿਹੜੇ ਕਾਮ ਨਾਲ ਭਰੇ ਹੋਣ, ਕ੍ਰੋਧ ਨਾਲ ਭਰੇ ਹੋਣ, ਆਲੇ ਦੁਆਲੇ ਕਾਮ ਕ੍ਰੋਧ ਤੋਂ ਬਿਨਾਂ ਹੋਰ ਕੁਝ ਹੋਵੇ ਹੀ ਨਾ, ਉਹ ਐਸੀ ਸੰਗਤ ਵਿੱਚ ਰਹਿ ਕੇ ਵੀ ਉਹੋ ਜਿਹਾ ਨਹੀਂ ਹੁੰਦਾ। ਉਹ ਇਹੋ ਜਿਹੇ ਲੋਕਾਂ ਵਿੱਚ ਵਸਣ ਦੇ ਬਾਵਜੂਦ ਵੀ ਇਹੋ ਜਿਹਾ ਨਹੀਂ ਹੁੰਦਾ। ਸਾਡੇ ਉੱਪਰ ਬਹੁਤ ਜਲਦ ਸੰਗਤ ਦਾ ਪ੍ਰਭਾਵ ਪੈਂਦਾ ਹੈ। ਤੁਸੀਂ ਹੋ ਸਕਦਾ ਕਦੇ ਗੌਰ ਵੀ ਨਾ ਕੀਤਾ ਹੋਵੇ। ਬੜੀ ਜਲਦੀ ਕਿ ਅਸੀਂ ਜਿਵੇਂ ਹੀ ਜਿਹੋ ਜਿਹੇ ਮਾਹੌਲ ਵਿੱਚ ਜਾਂਦੇ ਹਾਂ, ਅਸੀਂ ਵੈਸੇ ਹੀ ਹੋ ਜਾਂਦੇ ਹਾਂ। ਅਸੀਂ ਵੈਸੇ ਭਾਵੇਂ ਕਿਸੇ ਨਾਲ ਕੋਈ ਪੈਸਾ ਮਜ਼ਾਕ ਨਾ ਕਰੀਏ, ਪਰ ਜਦੋਂ ਕਿਤੇ ਆਪਣੇ ਦੋਸਤਾਂ ਵਿੱਚ ਬੈਠਦੇ ਹਾਂ ਤਾਂ ਬੜੇ ਮਜ਼ਾਕੀਆ ਲਹਿਜ਼ੇ ਵਾਲੇ ਹੋ ਜਾਂਦੇ ਹਾਂ। ਜਦੋਂ ਹੀ ਅਸੀਂ ਕਿਤੇ ਚਾਰ ਸਿਆਣੀਆਂ ਗੱਲਾਂ ਕਰਨ ਵਾਲੇ ਲੋਕਾਂ ਵਿੱਚ ਬੈਠੇ ਹੋਈਏ ਤਾਂ ਉੱਥੇ ਸਿਆਣੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ। ਇਸ ਲਈ ਜਿਹੋ ਜਿਹੇ ਮਾਹੌਲ ਵਿੱਚ ਅਸੀਂ ਜਾਂਦੇ ਹਾਂ, ਅਸੀਂ ਉਹੋ ਜਿਹਾ ਹੋ ਜਾਂਦੇ ਹਾਂ।
ਸਾਡਾ ਆਲਾ ਦੁਆਲਾ ਸਾਨੂੰ ਉਹੋ ਜਿਹਾ ਕਰ ਦਿੰਦਾ ਹੈ ਜਿਹੋ ਜੀ ਸਾਡੇ ਆਲੇ ਦੁਆਲੇ ਦੀ ਆਬੋ ਹਵਾ ਹੁੰਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਜਦੋਂ ਬੰਦੇ ਦੇ ਹਿਰਦੇ ਅੰਦਰ ਵਾਹਿਗੁਰੂ ਵਸਦਾ ਹੋਵੇ, ਉਹਨੂੰ ਕੰਠ ਪਰਮੇਸ਼ਰ ਮਿਲਿਆ ਹੋਵੇ, ਕੰਠ ਮਿਲਿਆ ਹਰਨਾਹ, ਜਦੋਂ ਵਾਹਿਗੁਰੂ ਗਲ ਵਿੱਚ ਲੱਗਾ ਹੋਵੇ, ਗਲ 'ਚ ਮਿਲਿਆ ਹੋਵੇ, ਉਹ ਸਾਡੇ ਅੰਦਰ ਉਹ ਵਸਦਾ ਹੋਵੇ, ਸਤਿਗੁਰੂ ਕਹਿੰਦੇ ਫੇਰ ਪੋਖ ਤੁਖਾਰ ਨਾ ਵਿਆਪੀ। ਫਿਰ ਪੋਖ ਨਹੀਂ ਵਿਆਪਦਾ, ਫਿਰ ਉਹਦਾ ਅਸਰ ਨਹੀਂ ਹੁੰਦਾ। ਫਿਰ ਤੁਹਾਡੇ ਆਲੇ ਦੁਆਲੇ ਜੈਸਾ ਵੀ ਮਾਹੌਲ ਹੋਵੇ, ਚੰਗੇ ਲੋਕਾਂ ਦਾ ਹੋਵੇ, ਮੰਦੇ ਲੋਕਾਂ ਦਾ ਹੋਵੇ, ਈਰਸ਼ਾ ਨਾਲ ਭਰੇ ਲੋਕਾਂ ਦਾ ਹੋਵੇ, ਜੈਸਾ ਵੀ ਹੋਵੇ, ਉਹਦਾ ਕੋਈ ਅਸਰ ਨਹੀਂ ਹੁੰਦਾ। ਤੁਸੀਂ ਉਹਦੇ ਅਸਰ ਨੂੰ ਕਬੂਲਦੇ ਨਹੀਂ। ਸਤਿਗੁਰੂ ਕਹਿੰਦੇ ਜਦੋਂ ਕੰਠ ਮਿਲਿਆ ਹਰਨਾਹ, ਜਦੋਂ ਵਾਹਿਗੁਰੂ ਮਿਲ ਗਿਆ, ਪਰਮੇਸ਼ਰ ਮਿਲ ਗਿਆ, ਇਸ ਲਈ ਵਿਖਿਆ ਪੋ ਨਾ ਸਕੀ। ਵਿਸ਼ਿਆਂ ਵਿਕਾਰਾਂ ਦੀ ਜਿਹੜੀ ਵਿਸ਼ਿਆ ਹੈ, ਇਹ ਵਿਖਿਆ ਇਹ ਪੋ ਨਹੀਂ ਸਕਦੀ। ਮਾਇਆ ਦੀ ਵਿਖਿਆ ਇਹ ਤੁਹਾਨੂੰ ਛੂਹ ਵੀ ਨਹੀਂ ਸਕੇਗੀ। ਮਨ ਦੇ ਉੱਤੇ ਕਾਮ ਦਾ ਅਸਰ ਹੋਣਾ, ਕ੍ਰੋਧ ਦਾ ਅਸਰ ਹੋਣਾ ਤੇ ਦੂਰ ਦੀ ਗੱਲ ਹੈ, ਇਹ ਛੂਹ ਵੀ ਨਹੀਂ ਸਕੇਗਾ, ਨੇੜੇ ਵੀ ਨਹੀਂ ਆ ਸਕੇਗਾ। ਵਿਖਿਆ ਪੋ ਨਾ ਸਕਈ, ਮਿਲ ਸਾਧੂ ਗੁਣ ਗਾ। ਸਤਿਗੁਰੂ ਕਹਿੰਦੇ ਵਿਖਿਆ ਨਹੀਂ ਪਾਉਂਦੀ। ਖੈਰ, ਸਤਿਗੁਰੂ ਕਹਿੰਦੇ ਮਨ ਵਿਧਿਆ ਚਰਨਾਰ ਬਿੰਦ। ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਿਝਿਆ ਗਿਆ, ਮਨ ਪਰਮੇਸ਼ਰ ਦੇ ਚਰਨਾਂ ਵਿੱਚ ਲੱਗ ਗਿਆ। ਬਸ ਮਨ ਉੱਥੇ ਲੱਗਣਾ ਜ਼ਰੂਰੀ ਹੈ। ਮਨ ਲੱਗਿਆ, ਦਰਸ਼ਨ ਲੱਗੜਾ ਸਾਹ, ਹਰ ਇੱਕ ਸਾਹ ਉਹਦੇ ਦਰਸ਼ਨਾਂ ਵਿੱਚ ਲੱਗ ਗਿਆ। ਭਾਵ ਸਾਡੀ ਬਿਰਤੀ ਵਾਹਿਗੁਰੂ ਦੇ ਵਿੱਚ ਲੱਗ ਗਈ ਜਦੋਂ ਮਨ ਉਹਦੇ ਵਿੱਚ ਲੱਗਿਆ। ਇਸ ਲਈ ਖਿਆਲ ਰੱਖਣਾ, ਮੈਂ ਬਹੁਤ ਦਫਾ ਪਹਿਲਾਂ ਵੀ ਤੁਹਾਨੂੰ ਬੇਨਤੀਆਂ ਕੀਤੀਆਂ ਕਿ ਤੁਹਾਡਾ ਮਨ ਕਿੱਥੇ ਲੱਗਦਾ ਹੈ, ਇਸ ਗੱਲ ਨੂੰ ਵਿਚਾਰੋ, ਇਹਨੂੰ ਗੰਭੀਰਤਾ ਨਾਲ ਲਓ। ਇਹ ਐਵੇਂ ਨਹੀਂ ਹੈ ਇਹ ਗੱਲ, ਕਿਉਂਕਿ ਜਿੱਥੇ ਮਨ ਲੱਗਦਾ ਹੈ ਨਾ, ਇਕਾਗਰਤਾ ਉੱਥੇ ਬਣਦੀ ਹੈ, ਉੱਥੇ ਟਿਕਦਾ ਹੈ ਮਨ। ਜਿਸ ਚੀਜ਼ ਵਿੱਚ ਰੁਚੀ ਹੋਵੇ, ਦਿਲਚਸਪੀ ਹੋਵੇ, ਜਿਸ ਚੀਜ਼ ਵਿੱਚ ਦਿਲਚਸਪੀ ਨਹੀਂ ਹੈ ਨਾ, ਰਸ ਨਹੀਂ ਹੈ, ਉਸ ਚੀਜ਼ ਵਿੱਚ ਮਨ ਨੂੰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਲੱਗਣ ਵਾਲਾ ਨਹੀਂ। ਚਾਹੇ ਸਾਰੀ ਜ਼ਿੰਦਗੀ ਬੈਠੇ ਰਹੋ ਉਸ ਕੰਮ ਨੂੰ ਕਰਦਿਆਂ, ਪਰ ਰਸ ਹੀ ਨਹੀਂ ਹੈ ਜਦੋਂ ਉਸ ਕੰਮ ਵਿੱਚ, ਤਾਂ ਫਿਰ ਮਨ ਲੱਗੇਗਾ ਹੀ ਨਹੀਂ। ਇਸ ਲਈ ਆਪਣਾ ਰਸ ਦੇਖੋ ਕਿੱਥੇ ਹੈ। ਤੁਹਾਡਾ ਰਸ ਕੀਰਤਨ ਸੁਣਨ ਵਿੱਚ ਹੈ। ਜਦੋਂ ਕੀਰਤਨ ਸੁਣਦੇ ਹੋ ਉਦੋਂ ਆਨੰਦ ਆਉਂਦਾ, ਰਸ ਆਉਂਦਾ। ਜੇ ਆਉਂਦਾ ਤਾਂ ਫਿਰ ਕੀਰਤਨ ਸੁਣਨਾ ਵਧਾਓ। ਜਿੱਥੇ ਇੱਕ ਸ਼ਬਦ ਜਾਂ ਥੋੜ੍ਹਾ ਜਿਹਾ 2-4 ਮਿੰਟ ਬਹਿੰਦੇ ਹੋ, ਉੱਥੇ 2-4 ਮਿੰਟ ਤੋਂ ਥੋੜ੍ਹਾ ਉਹਨੂੰ 10 ਮਿੰਟ ਤੱਕ ਲੈ ਕੇ ਆਓ। ਜਿਸ ਚੀਜ਼ ਵਿੱਚ ਰਸ ਹੈ ਨਾ, ਤੁਹਾਡਾ ਆਨੰਦ ਹੈ, ਉਹਨੂੰ ਵਧਾਓ। ਤੁਸੀਂ ਦੇਖੋਗੇ ਕਿ ਤੁਹਾਡਾ ਮਨ ਟਿਕਣ ਲੱਗ ਗਿਆ, ਤੁਹਾਡਾ ਧਿਆਨ ਟਿਕਣ ਲੱਗ ਗਿਆ। ਇਕਾਗਰ ਕਰਨਾ ਨਹੀਂ ਪਿਆ, ਤੁਹਾਨੂੰ ਇਕਾਗਰ ਨਹੀਂ ਕਰਨਾ ਪਿਆ, ਉਹ ਇਕਾਗਰ ਹੋ ਗਿਆ ਆਪਣੇ ਆਪ, ਕਿਉਂਕਿ ਉਹਦੇ ਵਿੱਚ ਰਸ ਸੀ। ਜੇ ਤੁਹਾਨੂੰ ਕਥਾ ਵਿੱਚ ਰਸ ਹੈ ਤਾਂ ਕਥਾ ਦੇ ਵਿੱਚ ਆਪਣੇ ਆਪ ਨੂੰ ਵੱਧ ਟਾਈਮ ਲਾਓ, 2-4 ਮਿੰਟ, 10 ਮਿੰਟ, 15 ਮਿੰਟ ਵਧਾਓ ਉਸ ਨੂੰ। ਜੇ ਤੁਹਾਨੂੰ ਰਸ ਪਾਠ ਕਰਨ ਵਿੱਚ ਹੈ ਤਾਂ ਪਾਠ ਕਰਨਾ ਆਪਣਾ ਵਧਾਓ। ਜੇ ਤੁਹਾਨੂੰ ਪਾਠ ਸੁਣਨ ਵਿੱਚ ਰਸ ਹੈ ਤਾਂ ਸੁਣਨਾ ਵਧਾਓ। ਇਸ ਲਈ ਜਿਹਦੇ ਵਿੱਚ ਰਸ ਹੈ ਉਹ ਕਰੋ। ਜੇ ਤੁਹਾਨੂੰ ਸੇਵਾ ਵਿੱਚ ਰਸ ਲੱਗਦਾ ਕਿ ਮੈਨੂੰ ਸੇਵਾ ਕਰਕੇ ਬੜਾ ਸਕੂਨ ਮਿਲਦਾ ਹੈ, ਤਾਂ ਸੇਵਾ ਵਿੱਚ ਲਾਓ ਆਪਣੇ ਆਪ ਨੂੰ। ਇਸ ਲਈ ਇਹ ਫੈਸਲਾ ਆਪਣੇ ਆਪ ਨਾਲ ਤੁਸੀਂ ਕਰਨਾ ਕਿ ਤੁਹਾਡਾ ਰਸ ਕਿੱਥੇ ਹੈ, ਤੁਹਾਡਾ ਆਨੰਦ ਕਿੱਥੇ ਬਣਦਾ ਹੈ, ਸੇਵਾ ਵਿੱਚ ਜਾਂ ਸਿਮਰਨ ਵਿੱਚ। ਕਿ ਜਦੋਂ ਤੁਸੀਂ ਸਿਮਰਨ ਕਰਨ ਬਹਿੰਦੇ ਹੋ
ਉਦੋਂ ਤੁਹਾਨੂੰ ਜ਼ਿਆਦਾ ਖੁਸ਼ੀ ਮਿਲਦੀ, ਜ਼ਿਆਦਾ ਆਨੰਦ ਮਿਲਦਾ। ਜੇ ਸਿਮਰਨ ਕਰਕੇ ਆਨੰਦ ਮਿਲਦਾ ਤਾਂ ਸਿਮਰਨ ਵਿੱਚ ਆਪਣਾ ਟਾਈਮ ਵੱਧ ਬਤੀਤ ਕਰੋ। ਜੇ ਕੀਰਤਨ ਵਿੱਚ ਤਾਂ ਕੀਰਤਨ ਵਾਲਾ ਸਮਾਂ ਜ਼ਿਆਦਾ ਬਤੀਤ ਕਰੋ। ਜੇ ਕਥਾ ਵਿੱਚ ਤਾਂ ਕਥਾ ਵਿੱਚ, ਜੇ ਪਾਠ ਵਿੱਚ ਤਾਂ ਪਾਠ ਵਿੱਚ, ਸੁਣਨ ਜਾਂ ਕਰਨ ਵਿੱਚ, ਜਿੱਥੇ ਵੀ ਰਸ ਬਣੇ, ਜਿੱਥੇ ਵੀ ਆਨੰਦ ਬਣੇ, ਉਸ ਟਾਈਮ ਨੂੰ ਵਧਾਓ। ਫਿਰ ਦੇਖੋ ਤੁਸੀਂ ਕੀ ਖੇਡ ਵਾਪਰਦੀ। ਜਿਸ ਚੀਜ਼ ਵਿੱਚ ਰਸ ਨਹੀਂ ਨਾ ਹੁੰਦਾ, ਉੱਥੇ ਸਾਨੂੰ ਕਹਿਣਾ ਪੈਂਦਾ ਕਿ ਭਾਈ ਇਕਾਗਰਤਾ ਬਣਾਓ, ਤੇ ਆਪਣੇ ਮਨ ਨੂੰ ਕਹਿਣਾ ਪੈਂਦਾ ਇਕਾਗਰ ਹੋਣ ਲਈ, ਤੇ ਮਨ ਇਕਾਗਰ ਹੁੰਦਾ ਨਹੀਂ। ਇਹ ਕਦੇ ਵੀ ਨਹੀਂ ਹੋਵੇਗਾ, ਕਿਉਂਕਿ ਮਨ ਨੂੰ ਜਿੱਥੇ ਰਸ ਹੈ ਉੱਥੇ ਇਕਾਗਰ ਹੋ ਜਾਂਦਾ ਹੈ। ਜਿਵੇਂ ਇੱਕ ਕਲਾਸ ਦੇ ਵਿੱਚ ਟੀਚਰ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਤੇ ਉਹ ਬੱਚਿਆਂ ਨੂੰ ਕਹਿੰਦਾ ਕਿ ਮੇਰੇ ਵੱਲ ਧਿਆਨ ਨਾਲ ਦੇਖੋ, ਪੂਰੀ ਇਕਾਗਰਤਾ ਦੇ ਨਾਲ ਸਮਝੋ ਜੋ ਮੈਂ ਤੁਹਾਨੂੰ ਸਮਝਾ ਰਿਹਾ। ਪਰ ਇੱਕ ਦੋ ਬੱਚੇ, ਕੁਛ ਬੱਚੇ ਐਸੇ ਨੇ ਜਿਹੜੇ ਬਾਹਰ ਤਾਕੀ ਦੇ ਵਿੱਚ ਦੇਖ ਰਹੇ ਨੇ, ਉਹ ਚਿੜੀਆਂ ਨੂੰ ਦੇਖ ਰਹੇ ਨੇ, ਨਜ਼ਰ ਆ ਰਹੀਆਂ, ਬਾਹਰੋਂ ਕੋਈ ਆਵਾਜ਼ ਆ ਰਹੀ ਹੈ, ਉਹ ਉਹਦੇ ਵਿੱਚ ਉਹਨੂੰ ਸੁਣ ਸੁਣ ਕੇ ਖੁਸ਼ ਹੋਈ ਜਾਂਦੇ ਨੇ, ਉਹ ਚਿੜੀਆਂ ਨੂੰ ਦੇਖ ਕੇ ਪ੍ਰਸੰਨ ਹੋਈ ਜਾਂਦੇ ਨੇ। ਉਹ ਇਕਾਗਰ ਹੀ ਨੇ, ਪਰ ਕਿਹੜੀ ਚੀਜ਼ ਵਿੱਚ? ਜਿਹੜੀ ਚੀਜ਼ ਵਿੱਚ ਉਹਨਾਂ ਨੂੰ ਰਸ ਹੈ ਉਹਦੇ ਵਿੱਚ ਇਕਾਗਰ ਨੇ। ਇਸ ਲਈ ਜਿੱਥੇ ਰਸ ਹੋਵੇਗਾ ਮਨ ਇਕਾਗਰ ਆਪਣੇ ਆਪ ਹੋ ਜਾਂਦਾ ਹੈ। ਇਸ ਕਰਕੇ ਆਪਣਾ ਰਸ ਤਲਾਸ਼ ਕਰੋ ਕਿੱਥੇ ਹੈ, ਉਹਦੀ ਭਾਲ ਕਰੋ। ਸਤਿਗੁਰੂ ਕਹਿੰਦੇ ਮਨ ਵੇਧਿਆ ਚਰਨਾਰ ਵਿੰਦ। ਜਦੋਂ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਵਿੱਝ ਜਾਂਦਾ ਨਾ, ਤੇ ਮਨ ਫੇਰ ਹੀ ਲੱਗਣਾ ਜਦੋਂ ਤੁਸੀਂ ਆਪਣੀ ਰੁਚੀ ਦੇਖ ਲਓਗੇ ਕਿ ਸੇਵਾ ਵਿੱਚ ਹੈ, ਸਿਮਰਨ ਵਿੱਚ ਹੈ, ਬਾਣੀ ਪੜ੍ਹਨ ਵਿੱਚ ਹੈ, ਜਾਂ ਬਾਣੀ ਸੁਣਨ ਵਿੱਚ ਹੈ, ਕੀਰਤਨ ਕਥਾ ਸੁਣਨ ਵਿੱਚ ਹੈ, ਜਾਂ ਕਰਨ ਵਿੱਚ ਹੈ। ਕਿਉਂਕਿ ਕੀਰਤਨ ਸੁਣਨ ਦਾ ਵੀ ਇੱਕ ਆਪਣਾ ਰਸ ਹੈ, ਤੇ ਕੀਰਤਨ ਕਰਨ ਦਾ ਵੀ ਇੱਕ ਆਪਣਾ ਰਸ ਹੈ। ਤੁਹਾਨੂੰ ਕਿਹਦੇ ਵਿੱਚ ਰਸ ਹੈ, ਸੁਣਨ ਵਿੱਚ ਜਾਂ ਕਰਨ ਵਿੱਚ? ਆਪਣਾ ਰਸ ਲੱਭ ਲਵੋ ਤੇ ਮਨ ਇਕਾਗਰ ਹੋ ਗਿਆ, ਇਹਨੂੰ ਕਰਨਾ ਨਹੀਂ ਪਿਆ। ਜਦੋਂ ਇਕਾਗਰ ਹੋ ਗਿਆ ਤਾਂ ਫਿਰ ਇਸ ਨੂੰ ਧਿਆਨ ਵਾਲੇ ਪਾਸੇ ਲਾਉਣਾ ਵੀ ਸੌਖਾ ਹੋ ਜਾਂਦਾ ਹੈ। ਇਸ ਲਈ ਕੁਝ ਚੀਜ਼ਾਂ ਬਹੁਤ ਸੌਖੀਆਂ ਨੇ, ਅਸੀਂ ਉਹਨਾਂ ਨੂੰ ਮੱਲੋ ਮੱਲੀ ਔਖਾ ਕੀਤਾ ਹੋਇਆ। ਅਸੀਂ ਮੱਲੋ ਮੱਲੀ ਅਸੀਂ ਹੋਰ ਪਾਸੇ ਲਾ ਰਹੇ ਹਾਂ। ਹੁਣ ਇਹ ਤੇ ਗੱਲ ਅੱਜ ਦੇ ਸਮੇਂ ਵਿੱਚ ਬਿਲਕੁਲ ਸਪਸ਼ਟ ਹੈ। ਹਰ ਮਾਂ-ਬਾਪ ਇਹ ਕਹਿੰਦਾ ਹੈ ਕਿ ਜਿਸ ਕੰਮ ਵਿੱਚ ਬੱਚੇ ਦੀ ਰੁਚੀ ਹੋਵੇ ਨਾ, ਬੱਚੇ ਨੂੰ ਉਸੇ ਕੰਮ ਵਿੱਚ ਲਾਉਣਾ ਚਾਹੀਦਾ। ਪਹਿਲਾਂ ਸਮਾਂ ਹੋਰ ਸੀ, ਅੱਜ ਹਰ ਮਾਂ-ਬਾਪ ਇਸ ਗੱਲ ਤੇ ਰਾਜ਼ੀ ਹੈ ਕਿ ਬੱਚਾ ਜੇ ਡਾਕਟਰ ਬਣਨਾ ਚਾਹੁੰਦਾ ਤਾਂ ਉਹਨੂੰ ਉੱਧਰ ਜਾਣ ਦਿਓ, ਜੇ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਤਾਂ ਉਹਨੂੰ ਉੱਧਰ ਜਾਣ ਦਿਓ, ਉਹਨੂੰ ਧੱਕੇ ਨਾਲ ਕਿਸੇ ਹੋਰ ਪਾਸੇ ਨਾ ਲਿਜਾਓ। ਇਹ ਗੱਲ ਸਮਝ ਆ ਗਈ ਅੱਜ ਦੇ ਬੰਦੇ ਨੂੰ। ਬਸ ਆਹੀ ਗੱਲ ਸਮਝ ਲਵੋ ਕਿ ਮਨ ਵੀ ਬੱਚਾ ਹੀ ਹੈ। ਮਨ ਦੀ ਰੁਚੀ ਕਿੱਥੇ ਹੈ ਇਹਨੂੰ ਦੇਖ ਲਵੋ ਚੰਗੀ ਤਰ੍ਹਾਂ। ਮਨ ਦੀ ਦਿਲਚਸਪੀ ਕਿੱਥੇ ਹੈ, ਕਿਹੜੀ ਚੀਜ਼ ਵਿੱਚ ਦਿਲਚਸਪੀ ਲੈਂਦਾ ਹੈ। ਜਦੋਂ ਮਨ ਜਾਣ ਲਏਗਾ, ਤੁਸੀਂ ਮਨ ਦੀ ਦਿਲਚਸਪੀ ਨੂੰ ਜਾਣ ਲਓਗੇ ਤਾਂ ਮਨ ਸਹਿਜੇ ਜੁੜ ਜਾਵੇਗਾ। ਫਿਰ ਬਹੁਤਾ ਜ਼ੋਰ ਨਹੀਂ ਲਾਉਣਾ ਪੈਂਦਾ। ਜਦੋਂ ਅਸੀਂ ਬੱਚੇ ਨੂੰ ਧੱਕੇ ਨਾਲ ਕਿਸੇ ਹੋਰ ਕੰਮ ਵਿੱਚ ਲਾਉਣਾ ਚਾਹੁੰਦੇ ਹਾਂ, ਉਹ ਕੁਛ ਹੋਰ ਕਰਨਾ ਚਾਹੁੰਦਾ ਹੈ, ਅਸੀਂ ਉਹਨੂੰ ਕੁਛ ਹੋਰ ਕਰਾਉਣਾ ਚਾਹੁੰਦੇ ਹਾਂ, ਤਾਂ ਜ਼ੋਰ ਜ਼ਬਰਦਸਤੀ ਉਹਨੂੰ ਲੈ ਤਾਂ ਜਾਵੋਗੇ ਉੱਧਰ, ਪਰ ਉੱਧਰ ਰਸ ਕੋਈ ਨਹੀਂ ਆਵੇਗਾ। ਹੋ ਸਕਦਾ ਉਹਦੇ ਕੋਲੋਂ ਉਹ ਕੰਮ ਪੂਰਾ ਹੋਵੇ ਹੀ ਨਾ। ਇਸ ਲਈ ਸਾਡੇ ਮਨ ਤੋਂ ਉਹ ਕੰਮ ਹੁੰਦਾ ਹੀ ਨਹੀਂ ਜਿਸ ਮਨ ਵਿੱਚ ਇਹਦੀ ਦਿਲਚਸਪੀ ਨਾ ਹੋਵੇ। ਇਸ ਲਈ ਲੋਕ ਸਾਰੀ ਜ਼ਿੰਦਗੀ ਧਰਮ ਸਥਾਨਾਂ ਵਿੱਚ ਬੈਠੇ ਰਹਿੰਦੇ ਨੇ ਤੇ ਖਾਲੀ ਦੇ ਖਾਲੀ ਉਮਰਾਂ ਬੀਤ ਜਾਂਦੀਆਂ ਨੇ, ਪਰ ਖਾਲੀ ਕਿਉਂ? ਕਿਉਂਕਿ ਉਹਨਾਂ ਨੇ ਜਾਣਿਆ ਹੀ ਨਹੀਂ ਕਿ ਸਾਡਾ ਰਸ ਕਿੱਥੇ ਹੈ। ਉਹਨਾਂ ਨੇ ਸਮਝਿਆ ਹੀ ਨਹੀਂ। ਇਸ ਲਈ ਇਸ ਨੂੰ ਸਮਝੋ, ਇਸ ਤੋਂ ਪਹਿਲਾਂ ਕਿ ਸਮਾਂ ਮੁੱਕ ਜਾਏ, ਇਸ ਤੋਂ ਪਹਿਲਾਂ ਕਿ ਸਮਾਂ ਖਤਮ ਹੋ ਜਾਏ, ਇਸ ਨੂੰ ਜਾਣ ਲਵੋ। ਕਿਉਂਕਿ ਮਨ ਫੇਰ ਵਾਹਿਗੁਰੂ ਦੇ ਚਰਨਾਂ ਵਿੱਚ ਲੱਗਣਾ। ਪਹਿਲਾਂ ਇਹ ਅਸੀਂ ਜਾਣ ਲਈਏ ਕਿ ਸਾਡਾ ਮਨ ਸੇਵਾ ਵਿੱਚ ਲੱਗਦਾ ਹੈ, ਸਿਮਰਨ ਵਿੱਚ ਲੱਗਦਾ ਹੈ, ਕੀਰਤਨ ਵਿੱਚ ਲੱਗਦਾ ਹੈ, ਕਥਾ ਵਿੱਚ ਲੱਗਦਾ ਹੈ, ਪਾਠ ਵਿੱਚ ਲੱਗਦਾ ਹੈ, ਕਿੱਥੇ ਸਾਡਾ ਮਨ ਟਿਕਦਾ ਹੈ। ਇਸ ਗੱਲ ਨੂੰ ਸਮਝ ਲਵੋ। ਜਦੋਂ ਸਮਝ ਆ ਗਈ
ਤਾਂ ਫਿਰ ਇਹ ਵਾਹਿਗੁਰੂ ਦੇ ਚਰਨਾਂ ਵਿੱਚ ਲੱਗੇਗਾ। ਮਨ ਵਿਦਿਆ ਚਰਨਾਰ ਬਿੰਦ। ਜਦੋਂ ਮਨ ਵਿੱਝ ਗਿਆ ਵਾਹਿਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਕਹਿੰਦੇ ਫਿਰ ਦਰਸ਼ਨ ਲੱਗੜਾ ਸਾਹ। ਤਾਂ ਹਰ ਸਾਹ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਹੀ ਬਤੀਤ ਹੋਵੇਗਾ, ਹਰ ਸਾਹ ਉਹਦੇ ਵਿੱਚ ਹੀ ਲੱਗੇਗਾ। ਫਿਰ ਤੁਸੀਂ ਚਾਹੋਗੇ ਕਿ ਮੇਰਾ ਹਰ ਸਾਹ ਉਹਨੂੰ ਦੇਖਦਿਆਂ ਹੀ ਗੁਜ਼ਰ ਜਾਵੇ, ਮੇਰਾ ਹਰ ਸਾਹ ਉਹਨੂੰ ਸਿਮਰਦਿਆਂ ਹੀ ਗੁਜ਼ਰ ਜਾਵੇ। ਜਦੋਂ ਮਨ ਲੱਗ ਗਿਆ ਉਹਦੇ ਵਿੱਚ, ਬਿਰਤੀ ਉਹਦੇ ਵਿੱਚ ਟਿਕ ਗਈ, ਫਿਰ ਹੋਰ ਕੁਛ ਇੱਛਾ ਹੀ ਨਹੀਂ, ਫਿਰ ਹੋਰ ਕੋਈ ਵਾਸਨਾ ਹੀ ਨਹੀਂ ਕਿ ਉਹਦੇ ਵਿੱਚ ਜੁੜੇ ਰਹੀਏ, ਬਸ ਉਹਦੇ ਵਿੱਚ ਹੀ ਲੱਗੇ ਰਹੀਏ। ਸਤਿਗੁਰੂ ਕਹਿੰਦੇ ਓਟ ਗੋਵਿੰਦ ਗੋਪਾਲ ਰਾਏ। ਜਿਨ੍ਹਾਂ ਨੇ ਵਾਹਿਗੁਰੂ ਦੀ ਓਟ ਲਈ, ਪਰਮੇਸ਼ਰ ਦਾ ਆਸਰਾ ਲਿਆ, ਉਹਨਾਂ ਨੇ ਆਪਣੇ ਸੁਆਮੀ ਦੀ ਸੇਵਾ ਕਰਕੇ ਲਾਹਾ ਖੱਟ ਲਿਆ। ਸੇਵਾ ਸੁਆਮੀ ਲਾਹਾ। ਓਟ ਵਾਹਿਗੁਰੂ ਦੀ, ਸੇਵਾ ਗੁਰੂ ਦੀ, ਕਿਉਂਕਿ ਗੁਰੂ ਤੇ ਵਾਹਿਗੁਰੂ ਅੰਦਰ ਕੋਈ ਅੰਤਰ ਨਹੀਂ ਹੈ। ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਗੁਰੂ ਦੀ ਸੇਵਾ ਵਿੱਚ ਜੁੜ ਜਾਂਦੇ ਹਾਂ ਤਾਂ ਹੀ ਲਾਹਾ ਮਿਲਦਾ ਹੈ, ਲਾਭ। ਹੁਣ ਲਾਭ ਹੀ ਤੇ ਅਸੀਂ ਚਾਹੁੰਦੇ ਹਾਂ, ਪ੍ਰੋਫਿਟ ਹੀ ਤੇ ਚਾਹੁੰਦੇ ਹਾਂ ਕਿ ਪ੍ਰੋਫਿਟ ਹੋਵੇ, ਲਾਭ ਹੋਵੇ। ਇਸ ਲਈ ਗੁਰੂ ਦੇ ਦਰ ਜੁੜਨ ਦਾ, ਉਹਦੀ ਸੇਵਾ ਦਾ ਲਾਭ ਤਾਂ ਮਿਲਦਾ ਜੇ ਵਾਹਿਗੁਰੂ ਦੀ ਓਟ ਹੋਵੇ, ਪਰਮੇਸ਼ਰ ਦੀ ਓਟ ਹੋਵੇ, ਟੇਕ ਪਰਮੇਸ਼ਰ ਤੇ ਹੋਵੇ, ਟੇਕ ਉਹਦੇ ਤੇ। ਜਦੋਂ ਵਾਹਿਗੁਰੂ ਤੇ ਟੇਕ ਹੈ ਤਾਂ ਸਤਿਗੁਰੂ ਕਹਿੰਦੇ ਫਿਰ ਲਾਹਾ ਮਿਲੇਗਾ ਹੀ ਮਿਲੇਗਾ। ਜਦੋਂ ਸਾਡੀ ਟੇਕ ਮਾਇਆ ਤੇ ਹੁੰਦੀ ਹੈ, ਉਦੋਂ ਸਾਡਾ ਕੀਤਾ ਕਰਿਆ ਸਭ ਬੇਕਾਰ ਚਲਿਆ ਜਾਂਦਾ ਹੈ। ਇਸ ਲਈ ਟੇਕ ਵਾਹਿਗੁਰੂ ਤੇ ਰੱਖਣਾ। ਵਿਖਿਆ ਪੋ ਨਾ ਸਕੇ, ਤਾਂ ਫਿਰ ਸਤਿਗੁਰੂ ਕਹਿੰਦੇ ਜਦੋਂ ਵਾਹਿਗੁਰੂ ਤੇ ਟੇਕ ਹੋਵੇ ਤੇ ਵਾਹਿਗੁਰੂ ਦੇ ਨਾਮ ਨੂੰ ਜੁੜ ਕੇ, ਨਾਮ ਨਾਲ ਜੁੜ ਕੇ ਸੇਵਾ ਕਰਕੇ ਜਦੋਂ ਲਾਹਾ ਹਾਸਲ ਕਰਦੇ ਆ ਤਾਂ ਵਿਖਿਆ ਨਹੀਂ ਪੋ ਸਕਦੀ। ਫਿਰ ਵਿਖਿਆ ਪੋ ਨਾ ਸਕੇ ਮਿਲ ਸਾਧੂ ਗੁਣਗਾ। ਵਿਖਿਆ ਨਹੀਂ ਪਹੁੰਦੀ, ਮਾਇਆ ਨਹੀਂ ਫਿਰ ਪੋ ਸਕਦੀ। ਮਾਇਆ ਕੀ ਕਰ ਲੈਗੀ? ਮਾਇਆ ਅਸਲ ਵਿੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਇੱਥੇ ਬਸ ਅਸੀਂ ਸੱਚ ਨੂੰ ਨਹੀਂ ਜਾਣਦੇ ਹਾਂ, ਅਸੀਂ ਅਸਲੀਅਤ ਨੂੰ ਨਹੀਂ ਜਾਣਦੇ ਹਾਂ, ਅਸੀਂ ਵਾਹਿਗੁਰੂ ਦੇ ਨਾਲ ਜੁੜੇ ਹੋਏ ਪੂਰੀ ਤਰ੍ਹਾਂ ਨਹੀਂ ਆ। ਇਸ ਕਰਕੇ ਮਾਇਆ ਬਹੁਤ ਲੱਗਦੀ ਹੈ, ਸਾਨੂੰ ਬਹੁਤ ਕੁਛ ਪ੍ਰਤੀਤ ਹੁੰਦੀ ਹੈ। ਪਰ ਜਦੋਂ ਵਾਹਿਗੁਰੂ ਨਾਲ ਜੁੜ ਜਾਂਦੇ ਆ ਫਿਰ ਲੱਗਦਾ ਹੈ ਕਿ ਇਹ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਮਿੱਟੀ ਹੈ, ਇਹ ਤਾਂ ਖੇ ਹੈ। ਹੁਣ ਅਸੀਂ ਕਹਿੰਦੇ ਜ਼ਰੂਰ ਹਾਂ ਪਰ ਹਾਲੇ ਸਿਰਫ ਕਹਿੰਦੇ ਹੀ ਹਾਂ, ਹਾਲੇ ਸਿਰਫ ਜ਼ੁਬਾਨ ਤੋਂ ਹੀ ਦੱਸਦੇ ਹਾਂ ਕਿ ਇਹ ਤਾਂ ਜੀ ਮਿੱਟੀ ਹੈ ਤੇ ਹੱਥਾਂ ਦੀ ਮੈਲ ਹੈ। ਇਹ ਗੱਲ ਕਹਿਣ ਅਤੇ ਇਸ ਗੱਲ ਨੂੰ ਜਾਣਨ ਵਿੱਚ ਬੜਾ ਅੰਤਰ ਹੈ। ਖਿਆਲ ਰੱਖਣਾ ਕਿ ਇੱਕ ਲੋਕ ਜਿਹੜੇ ਇਹਨੂੰ ਮਿੱਟੀ ਕਹਿੰਦੇ ਨੇ ਕਿ ਇਹ ਤਾਂ ਖੇ ਹੈ, ਉਹ ਇਹਨੂੰ ਛੱਡਣ ਵਿੱਚ, ਇਹਨੂੰ ਤਿਆਗਣ ਤੇ ਹੀ ਜ਼ੋਰ ਦਿੰਦੇ ਨੇ। ਜਿਹੜੇ ਇਸ ਨੂੰ ਕੀਮਤੀ ਸਮਝਦੇ ਨੇ ਉਹ ਇਸ ਨੂੰ ਪਕੜਨ ਦੇ ਉੱਤੇ ਜ਼ੋਰ ਦਿੰਦੇ ਨੇ, ਤੇ ਦੋਨੋਂ ਹੀ ਮੂਰਖ ਨੇ। ਕਿਉਂਕਿ ਜਿਹੜੀ ਹੈ ਹੀ ਮਿੱਟੀ, ਉਹਨੂੰ ਪਕੜੋ ਤੇ ਉਹਨੂੰ ਛੱਡੋ, ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਉਹਨੂੰ ਜੇਬ ਵਿੱਚ ਰੱਖੋ ਜਾਂ ਜੇਬ ਚੋਂ ਕੱਢ ਕੇ ਸੁੱਟ ਦਿਓ, ਕੋਈ ਲਾਭ ਨਹੀਂ ਹੈ ਜਦ ਤੱਕ ਮਨ ਚੋਂ ਉਹਦੀ ਪਕੜ ਨਹੀਂ ਛੁੱਟਦੀ ਹੈ। ਜਿਹੜਾ ਉਸ ਨੂੰ ਛੱਡਣ ਤੇ ਲੱਗਾ ਉਹਨੇ ਵੀ ਮਨ ਤੋਂ ਪਕੜ ਕੇ ਰੱਖਿਆ ਹੋਇਆ, ਜਿਹੜਾ ਉਸ ਨੂੰ ਇਕੱਠਾ ਕਰਨ ਤੇ ਲੱਗਾ ਹੋਇਆ ਉਹਨੇ ਵੀ ਮਨ ਤੋਂ ਪਕੜ ਕੇ ਰੱਖਿਆ ਹੋਇਆ। ਪਕੜਿਆ ਦੋਨਾਂ ਨਹੀਂ ਹੈ, ਇੱਕ ਨੇ ਇੱਕ ਸਿਰਾ ਪਕੜਿਆ, ਦੂਸਰੇ ਨੇ ਦੂਸਰਾ ਸਿਰਾ ਪਕੜਿਆ। ਪਕੜਿਆ ਤਾਂ ਦੋਨਾਂ ਨਹੀਂ ਹੈ, ਫੜਿਆ ਤਾਂ ਦੋਨਾਂ ਨਹੀਂ। ਇਸ ਲਈ ਛੱਡਣ ਵਾਲਾ ਉਹ ਕਹਿੰਦਾ ਜੀ ਮੈਂ ਹੱਥ ਨਹੀਂ ਲਾਉਂਦਾ, ਤੇ ਪਕੜਨ ਵਾਲਾ ਉਹ ਕਹਿੰਦਾ ਮੈਂ ਕੁਝ ਛੱਡਦਾ ਹੀ ਨਹੀਂ। ਇਸ ਲਈ ਇਸ ਨੂੰ ਨਾ ਪਕੜਨਾ ਹੈ ਤੇ ਨਾ ਛੱਡਣਾ ਹੈ। ਗੁਰਮਤਿ ਦਾ ਇਹੀ ਸਿਧਾਂਤ ਹੈ, ਧਰਮ ਇਹੀ ਕਹਿੰਦਾ ਹੈ ਕਿ ਇਹਨੂੰ ਫੜਨ ਦੀ ਵੀ ਲੋੜ ਨਹੀਂ, ਇਹਨੂੰ ਛੱਡਣ ਦੀ ਵੀ ਲੋੜ ਨਹੀਂ। ਕਿਉਂਕਿ ਜਦੋਂ ਵਾਹਿਗੁਰੂ ਨਾਲ ਬੰਦਾ ਜੁੜਦਾ ਹੈ
ਤਾਂ ਇਹ ਚੀਜ਼ਾਂ ਆਪਣੇ ਆਪ ਛੁੱਟ ਜਾਂਦੀਆਂ ਜੇ, ਇਹ ਛੁੱਟ ਜਾਂਦੀਆਂ, ਛੱਡਣਾ ਕੁਛ ਵੀ ਨਹੀਂ ਪੈਂਦਾ ਹੈ। ਜਦੋਂ ਸੱਚ ਮਿਲ ਜਾਂਦਾ ਤਾਂ ਝੂਠ ਤੋਂ ਛੁਟਕਾਰਾ ਆਪਣੇ ਆਪ ਹੋ ਜਾਂਦਾ ਹੈ। ਜਦੋਂ ਛੋਟੇ ਸਾਂ, ਬੱਚੇ ਸਾਂ, ਆਪਾਂ ਸਭ ਸੜਕ ਤੋਂ ਬਾਹਰ ਗਲੀ ਤੋਂ ਖੇਡਦੇ ਹਾਂ, ਕੁਛ ਪੱਥਰ, ਕੁਝ ਛੋਟੀਆਂ ਛੋਟੀਆਂ ਚੀਜ਼ਾਂ ਇੱਧਰ ਉੱਧਰ ਦੀਆਂ ਗੰਦਮੰਦ ਪਤਾ ਨਹੀਂ ਕੀ ਇਕੱਠਾ ਕਰ ਲਿਆਉਂਦੇ ਸਾਂ ਤੇ ਉਹਨੂੰ ਸਮਝਦੇ ਸਾਂ ਕਿ ਬੜਾ ਕੀਮਤੀ ਹੈ। ਛੋਟੀਆਂ ਛੋਟੀਆਂ ਰੋੜੀਆਂ, ਪੱਥਰ ਬਰੀਕ ਬਾਰੀਕ ਉਹ ਇਕੱਠੇ ਕਰ ਲੈਂਦੇ ਸਾਂ, ਉਹ ਸਮਝਦੇ ਸਾਂ ਕਿ ਬੜਾ ਕੀਮਤੀ ਹੈ, ਉਹਨੂੰ ਬੜਾ ਮੁੱਲਵਾਨ ਸਮਝਦੇ ਸਾਂ। ਪਰ ਜਿਵੇਂ ਜਿਵੇਂ ਵੱਡੇ ਹੋਏ ਤਾਂ ਕੀ ਉਹ ਚੀਜ਼ਾਂ ਸੁੱਟਣੀਆਂ ਪਈਆਂ? ਨਹੀਂ, ਉਹ ਸੁੱਟਣੀਆਂ ਨਹੀਂ ਪਈਆਂ। ਵੱਡੇ ਹੋਏ, ਸਮਝ ਆਈ ਤੇ ਉਹ ਆਪਣੇ ਆਪ ਡਿੱਗ ਪਈਆਂ। ਬਸ ਐਸਾ ਹੀ ਹੈ ਕਿ ਜਿਵੇਂ ਹੀ ਵਾਹਿਗੁਰੂ ਨਾਲ ਜੁੜਦੇ ਹਾਂ, ਜਿਵੇਂ ਹੀ ਅਸੀਂ ਸਿਆਣੇ ਹੁੰਦੇ ਹਾਂ, ਇਹ ਵਿਸ਼ੇ ਵਾਸ਼ਨਾਵਾਂ ਆਪੇ ਡਿੱਗ ਪੈਂਦੀਆਂ ਜੇ, ਇਹ ਮਾਇਆ ਦਾ ਮੋਹ ਆਪੇ ਡਿੱਗ ਪੈਂਦਾ ਜੇ। ਇਹ ਮਾਇਆ ਛੱਡਣੀ ਨਹੀਂ ਪੈਂਦੀ, ਆਪੇ ਛੁੱਟ ਜਾਂਦੀ ਜੇ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਇਹ ਮਾਇਆ ਪੋ ਨਹੀਂ ਸਕਦੀ, ਵਿਖਿਆ ਪੋ ਨਾ ਸਕੇ, ਮਿਲ ਸਾਧੂ ਗੁਣ ਗਾ। ਸਾਧੂ ਨਾਲ ਮਿਲ ਕੇ, ਗੁਰੂ ਨਾਲ ਮਿਲ ਕੇ ਤੂੰ ਗੁਣ ਗਾ ਵਾਹਿਗੁਰੂ ਦੇ, ਪਰਮੇਸ਼ਰ ਦੇ ਗੁਣ ਗਾ। ਜਾਂ ਤੇ ਉਪਜੀ ਤਾਂ ਮਿਲੀ। ਸਤਿਗੁਰੂ ਕਹਿੰਦੇ ਜਿੱਥੋਂ ਇਹ ਉਪਜੀ ਹੈ ਸਾਡੀ ਜਿੰਦ, ਜਿੱਥੋਂ ਅਸੀਂ ਜਨਮੇ ਹਾਂ, ਤਾਂ ਮਿਲੀ, ਉੱਥੇ ਹੀ ਮਿਲਦੇ ਹਾਂ। ਬਸ ਮਿਲਣਾ ਉੱਥੇ ਹੀ ਹੈ ਸਾਡਾ, ਜਿੱਥੋਂ ਸਾਡੀ ਰੂਹ ਨਿਕਲੀ ਹੈ, ਉਸ ਵਾਹਿਗੁਰੂ ਤੋਂ। ਜਿਵੇਂ ਸਮੁੰਦਰ ਤੋਂ ਪਾਣੀ ਆਉਂਦਾ ਤੇ ਸਮੁੰਦਰ ਵੱਲ ਨੂੰ ਹੀ ਦੌੜਦਾ ਹੈ, ਉਹਦੇ ਵਿੱਚ ਹੀ ਮਿਲਦਾ ਨਾ। ਨਦੀਆਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਾਂਦੀਆਂ ਨੇ ਨਾ ਸਮੁੰਦਰ ਵਿੱਚ, ਉਹਨਾਂ ਦਾ ਸਫ਼ਰ ਸਮੁੰਦਰ ਵੱਲ ਨੂੰ ਹੈ ਕਿ ਸਮੁੰਦਰ ਵਿੱਚ ਲੀਨ ਹੋ ਜਾਣਾ ਜਿੱਥੋਂ ਆਈਆਂ। ਸਤਿਗੁਰੂ ਕਹਿੰਦੇ ਇਹ ਬੰਦੇ ਦੀ ਜਿੰਦ, ਇਹ ਆਤਮਾ, ਇਹ ਵਾਹਿਗੁਰੂ ਤੋਂ ਆਈ ਹੈ ਤੇ ਵਾਹਿਗੁਰੂ ਵਿੱਚ ਹੀ ਜਾਣਾ ਚਾਹੁੰਦੀ ਹੈ, ਉਹਦੇ ਵਿੱਚ ਹੀ ਲੀਨ ਹੋਣਾ ਚਾਹੁੰਦੀ ਹੈ, ਉਹਦੇ ਵਿੱਚ ਹੀ ਸਮਾਏਗੀ। ਜਾਂ ਤੇ ਉਪਜੀ ਤਾਂ ਮਿਲੀ ਸੱਚੀ ਪ੍ਰੀਤ ਸਮਾਹ। ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤ ਹੈ, ਉਹਨਾਂ ਦੀ ਜਿੰਦ ਜਿੱਥੋਂ ਆਈ ਹੈ ਉੱਥੇ ਹੀ ਉਸੇ ਵਾਹਿਗੁਰੂ ਦੇ ਵਿੱਚ ਸਮਾ ਜਾਂਦੀ ਹੈ। ਕਰ ਗਏ ਲੀਨੀ ਪਾਰ ਬ੍ਰਹਮ, ਉਸ ਪਾਰ ਬ੍ਰਹਮ ਵਾਹਿਗੁਰੂ ਨੇ ਹੱਥ ਪਕੜ ਕੇ ਕਰ ਗਏ, ਉਹਨੇ ਹੱਥ ਪਕੜ ਕੇ ਆਪਣੇ ਚਰਨਾਂ ਨਾਲ ਮਿਲਾ ਲਈ, ਉਹਨੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੋੜ ਲਈ। ਵਾਹਿਗੁਰੂ ਜਦੋਂ ਸਾਡਾ ਹੱਥ ਫੜ ਲੈ, ਗੱਲ ਫੇਰ ਬਣਦੀ ਹੈ, ਕਿਉਂਕਿ ਅਸੀਂ ਉਹਨੂੰ ਆਪਣਾ ਹੱਥ ਪਕੜਾਉਣਾ ਚਾਹੁੰਦੇ ਹਾਂ ਜਾਂ ਨਹੀਂ, ਇਹਦੇ ਤੇ ਵੀ ਨਿਰਭਰ ਕਰਦਾ ਕਿ ਅਸੀਂ ਆਪਣਾ ਹੱਥ ਉਹਨੂੰ ਫੜਾ ਦਈਏ ਕਿ ਉਹ ਸਾਡਾ ਹੱਥ ਪਕੜ ਲਵੇ। ਸਤਿਗੁਰੂ ਕਹਿੰਦੇ ਜਦੋਂ ਉਹ ਹੱਥ ਫੜ ਲੈਂਦਾ ਨਾ, ਫਿਰ ਨਹੀਂ ਕੋਈ ਫਿਕਰ ਰਹਿੰਦੀ, ਫਿਰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ, ਤੇ ਦੁਬਾਰਾ ਫਿਰ ਵਿਛੜਨ ਦੀ ਵੀ ਗੱਲ ਨਹੀਂ। ਜਦੋਂ ਮਾਂ ਜਾਂ ਬਾਪ ਸਾਡਾ ਹੱਥ ਪਕੜ ਲਵੇ ਨਾ ਮੇਲੇ ਦੇ ਵਿੱਚ, ਤਾਂ ਮੇਲੇ ਦੀ ਚਕਾ ਚੌਂਦ ਦੇਖ ਕੇ ਫਿਰ ਵਿਛੜਨ ਦਾ ਖਤਰਾ ਨਹੀਂ ਰਹਿੰਦਾ। ਫਿਰ ਬੱਚਾ ਭੱਜੇਗਾ ਨਹੀਂ ਇੱਧਰ ਉੱਧਰ, ਕਿਉਂਕਿ ਉਹ ਦੇਖੇਗਾ ਸਾਰਾ ਕੁਝ, ਤਮਾਸ਼ਾ ਸਭ ਦੇਖੇਗਾ, ਰੰਗ ਰੌਣਕ ਸਭ ਦੇਖੇਗਾ, ਪਰ ਟਿਕਿਆ ਰਹੇਗਾ। ਕਿਉਂ? ਕਿਉਂਕਿ ਬਾਪ ਨੇ ਹੱਥ ਪਕੜਿਆ ਹੋਇਆ ਤੇ ਬੜੀ ਮਜ਼ਬੂਤੀ ਨਾਲ ਪਕੜਿਆ, ਇਸ ਲਈ ਬੱਚਾ ਫਿਰ ਨਾਲ ਨਾਲ ਤੁਰਿਆ ਜਾਂਦਾ ਹੈ, ਉਹ ਦੌੜਦਾ ਨਹੀਂ ਇੱਧਰ ਉੱਧਰ। ਸਤਿਗੁਰੂ ਕਹਿੰਦੇ ਜਦੋਂ ਉਸ ਵਾਹਿਗੁਰੂ ਨੇ ਹੱਥ ਪਕੜ ਲਿਆ, ਫਿਰ ਬਹੁੜਨਾ ਵਿਛੜੀਆਂ, ਫਿਰ ਦੁਬਾਰਾ ਫਿਰ ਵਿਛੜਦੇ ਨਹੀਂ। ਫਿਰ ਇਹ ਸੰਸਾਰ ਦੀ ਰੰਗ ਰੌਣਕ ਆਪਣੇ ਵੱਲ ਨੂੰ ਆਕਰਸ਼ਿਤ ਨਹੀਂ ਕਰਦੀ, ਮਨ ਉਧਰ ਨੂੰ ਦੌੜਦਾ ਨਹੀਂ, ਕਿਉਂਕਿ ਮਨ ਵਿਛੜੇਗਾ ਉਦੋਂ ਹੀ ਜਦੋਂ ਦੌੜੇਗਾ, ਇਹ ਵਿਛੜੇਗਾ ਉਦੋਂ ਹੀ ਜਦੋਂ ਰੂਪ ਰੰਗ ਵੱਲ ਜਾਏਗਾ, ਇਹ ਵਿਛੜੇਗਾ ਉਦੋਂ ਹੀ ਜਦੋਂ ਮਾਇਆ ਵੱਲ ਨੂੰ ਜਾਏਗਾ। ਹੁਣ ਦੇਖਦਾ ਪਰ ਉਹਦੇ ਵੱਲ ਨੂੰ ਦੌੜਦਾ ਨਹੀਂ।
देखदा है रूप रंग, देखदा है माया, देखदा है चीज़ां, वेखदा है संसार की चमक दमक, पर टिकिया रहिंदा है, उधर नूं आकर्षित नहीं हुंदा, क्योंकि जान लिया कि इहदे विच कुछ नहीं है। सतगुरु कहते हुण विछड़न की गल नहीं है, हुण विछड़न की संभावना मिट गई। विछड़न की संभावना सिर्फ ओनी देर तक है जिन्नी देर तक वाहिगुरू नाल नहीं असीं जुड़दे। वाहिगुरू नाल जुड़ गए फिर विछड़ नहीं सकते। इसलिए सतगुरु कहते कर गए लीनी पार ब्रह्म बहुड़ न विछुड़ियां, बार जाओ लख बेरिया। मैं अपने वाहिगुरू तो उस हर सज्जन अगम अगाह तो मैं लखां वारी सदके जावां, मैं उहदे तो कुर्बान जावां। बार जाऊं लख बेरिया, हर सज्जन अगम अगाह, शर्म पई नारायण है। उस वाहिगुरू नूं शर्म मतलब लाज, उन्हों मेरी लाज पई, उन्हों मेरी लाज रखनी पई। क्यों? क्योंकि मैं उहदी शरण ते जाके डेरा ला लिया, मैं उहदे दर ते पहुँच गया, तो मैं उहदा दर छड्ड के जाण तो इनकार कर दिता कि मैं नहीं जाना वापस, इसलिए मैं डेरा ला लिया उहदे दर। गुरु अमरदास महाराज दे दर भाई प्रेमा आउंदा है। भाई प्रेमा कोड़ नाल भरिया होया सी। कई महीनों विच वो गुरु साहब दे दर पहुंचा, क्योंकि घिसड़ घिसड़ के तुरदा सी, शरीर दे उत्ते इन्ने जख्म सन कि तुरिया नहीं सी जांदा, रगड़ रगड़ के हौली हौली पहुँचदा पहुँचदा गोइंदवाल आ गया। गोइंदवाल आया तो सिखां ने अंदर जाण ना दिता, क्योंकि उन्होंने कहा कि भाई तू ते रोग नाल भरिया होया, गुरु बुलाएगा तो तू जा सकदा, नहीं तो नहीं जा सकता। हुण वो रोया उस दिन कि मैं इन्नी दूरों चल के आया तो मैं एडा माड़े भागां वाला कि गुरु दे दर आके भी गुरु का दर्शन नहीं कर सकता, तो मेरा जन्म भी किसी काम नहीं। पर उन्हें कहा कि मैं जांदा नहीं इथों, चाहे गुरु मैनू अपना दर्शन देवे चाहे ना देवे, क्योंकि यही तो इको एक आसरा है, यही तो इको एक टिकाणा है। जे इथों भी चला गया तो फिर होर कित्थे जावांगा। इसलिए वो कहंदा मैं गुरु का दर नहीं छड्डदा। साखियां दसदियां कि वो कई महीने बैठा रहा गुरु साहब दे दर गोइंदवाल। हुण ऐसा तो है नहीं सी कि गुरु नूं पता नहीं सी। असीं घरों बाद विच तुरदे हां, पर गुरु नूं पहलां खबर आउंदी है कि इहने आउणा है अज, इसलिए गुरु साहब नूं तां पता ही सी। पर गुरु अमरदास महाराज ने भी उन्होंने टणका के देखा कि किन्ने क देर टिकदा है। कई महीने गुरु अमरदास महाराज ने उन्होंने देखा ही ना, उहदी खबर ही ना लई, तो वह गुरु की प्रीत विच ऐसा मस्त होया कि गाउंदा रहिंदा गुरु दे शब्द। संगतां आउंदियां कुछ ना कुछ खाण वास्ते पीण वास्ते उन्होंने दे जांदियां। बहुत सारे लोग तरस भी करते, कईयां नूं ऐसा लगता कि शायद गुरु बड़ा निर्दयी होना है। लगेगा ऐसा कई दफ़ा तुहानूं कि मैं इन्ना कुछ करदा गुरु मेरे ते दया ही नहीं करता। लगेगा बहुत दफ़ा ऐसा कि मैं रोज़ सिमरन करदा पर गुरु तरस ही नहीं खांदा मेरे ते। कईयां सिखां नूं ऐसा लग्या कि गुरु अमरदास इहदे ते किरपा क्यों नहीं करते, क्योंकि किरपा करन दा हाले वक्त आया नहीं। जदों तक साडा हिरदा पूरी तरह शरधा नाल प्रेम नाल भर नहीं ना जांदा, उदों तक उहदी दया हासिल नहीं हुंदी। वो बैठा रहा, गाउंदा रहा। एक दिन ऐसा शरीर दे जख्मां करके अते हिरदे दी पीड़ा करके इन्ना कुछ ज़्यादा वो तन ते मन करके दुखी होया कि बेसुध होके डिग पिया। गुरु गुरु करदा डिग पिया तो सतगुरु ने कहा कि भाई इनू चुक लियाओ, इहदा इशनान कराओ, इहदे जख्मां नूं साफ करो, इहदी मरम पट्टी करके साडे कोल ले आवो। वो बेहोश होया सी, उसनूं नहीं पता कि की हो रहा, वो बेहोशी विच ही सी। उहनूं नवा धवा के उहदे जख्म साफ करके गुरु अमरदास महाराज दे कोल लिआंदा गया। गुरु अमरदास महाराज नूं उहने देखिया, उहनूं होश आई तो सतगुरु दे चरनां ते डिग पिया। गुरु अमरदास महाराज ने उहदे सिर ते हत्थ रखिया, उहनूं तंदुरुस्त कर दिता। वो रोग रहत होया तो गुरु साहब ने उहदा नाम मुरारी रखिया। तो फिर सतगुरु ने उन्होंने अपना पुत्र बनाया कि यह मेरा पुत्र है, कि भाई कि जेड़ा कोई
ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਦਾ ਹੈ ਮੇਰੇ ਪੁੱਤਰ ਨਾਲ, ਉਹ ਕਰ ਦੇਵੇ। ਭਾਈ ਸ਼ੀਹੇ ਉੱਪਰ ਨੇ ਆਪਣੀ ਧੀ ਦਾ ਰਿਸ਼ਤਾ ਉਸ ਮੁਰਾਰੀ ਨਾਲ ਕੀਤਾ। ਇਸ ਲਈ ਜਦੋਂ ਅਸੀਂ ਗੁਰੂ ਦੀ ਸ਼ਰਨ ਤੇ ਆ ਪੈਂਦੇ ਹਾਂ ਤਾਂ ਉਹਨੂੰ ਸਾਡੀ ਲਾਜ ਰੱਖਣੀ ਹੀ ਪੈਂਦੀ। ਸਤਿਗੁਰੂ ਕਹਿੰਦੇ ਸ਼ਰਨ ਪਈ ਨਾਰਾਇਣ ਹੈ, ਕਿ ਜਦੋਂ ਗੁਰੂ ਤੋਂ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ, ਕੋਈ ਹੋਰ ਸਹਾਰਾ ਹੀ ਨਹੀਂ, ਤਾਂ ਫਿਰ ਸ਼ਰਨ ਆਏ ਦੀ ਲਾਜ ਰੱਖਣੀ ਹੀ ਪਵੇਗੀ। ਸ਼ਰਨ ਪਈ ਨਾਰਾਇਣ ਨਾਨਕ ਦਰ ਪਈਆਂ, ਦਰ ਪਿਆਂ ਦੀ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਸਤਿਗੁਰੂ ਕਹਿੰਦੇ ਉਹਨੂੰ, ਉਹਦੇ ਲਈ ਪੋਖ ਸੁਹੰਦਾ ਜਿਹਨੂੰ ਵਾਹਿਗੁਰੂ ਕਿਰਪਾ ਕਰਕੇ ਬਖਸ਼ ਲਵੇ, ਉਹ ਬੇਪਰਵਾਹ ਜਿਹਦੇ ਉੱਤੇ ਰਹਿਮਤ ਕਰਦਾ ਹੈ। ਸਤਿਗੁਰੂ ਕਹਿੰਦੇ ਉਹਦੇ ਵਾਸਤੇ ਹਰ ਸਮਾਂ ਸੁਹੰਦਾ ਹੈ, ਚਾਹੇ ਉਹ ਪੋਹ ਹੋਵੇ ਤੇ ਚਾਹੇ ਉਹ ਹਾੜ ਹੋਵੇ, ਉਹਦੇ ਲਈ ਹਰ ਸਮਾਂ ਆਨੰਦਮਈ ਤੇ ਸੁਖਮਈ ਹੀ ਹੈ। ਉਹਨੂੰ ਸਰਦੀ ਗਰਮੀ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਨੇ, ਜਿਹੜੇ ਪਰਮੇਸ਼ਰ ਨਾਲ ਜੁੜੇ ਨੇ, ਸਤਿਗੁਰੂ ਰਹਿਮਤ ਕਰੇ, ਵਾਹਿਗੁਰੂ ਕਿਰਪਾ ਕਰਕੇ ਇਹ ਰੱਬੀ ਦਾਤ ਕਿ ਉਸ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹੀਏ ਤੇ ਬਾਹਰਲੀ ਗਰਮੀ ਸਰਦੀ ਤੋਂ ਮੁਕਤ ਹੋ ਕੇ ਵਾਹਿਗੁਰੂ ਦੇ ਨਾਮ ਦਾ ਨਿੱਘ ਹਾਸਲ ਕਰ ਸਕੀਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।